ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ 44ਵੇਂ ਸਥਾਪਨਾ ਦਿਵਸ ਬਾਰੇ। ਦੋਸਤੋ ਅੱਜ ਭਾਜਪਾ ਵੱਲੋਂ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਆਪਣਾ 44ਵਾਂ ਸਥਾਪਨਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਉਹਨਾਂ ਕੋਲ ਵੱਖ-ਵੱਖ ਪ੍ਰੋਗਰਾਮ ਲਿਖੇ ਗਏ ਨੇ। ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵੀ ਸਾਰੇ ਪਾਰਟੀ ਵਰਕਰਾਂ ਨੂੰ ਜਿਹੜਾ ਹੈਗਾ ਸੰਬੋਧਨ ਕੀਤਾ ਗਿਆ। ਇਸ ਤਰ੍ਹਾਂ ਭਾਜਪਾ ਵੱਲੋਂ ਅੱਜ ਸਾਰੇ ਦਿਨ ਦੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਨੇ ਤੇ ਇਸ ਦੇ ਨਾਲ ਹੀ ਆਪਣੇ ਸਥਾਪਨਾ ਦਿਵਸ ਨੂੰ ਇੱਕ ਹਫ਼ਤਾ ਜਿਹੜਾ ਹੈਗਾ ਮਨਾਉਣ ਦਾ ਫੈਸਲਾ ਕੀਤਾ, ਜਿਸ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਉਹਨਾਂ ਨੇ ਜਿਹੜਾ ਹੈਗਾ 14 ਅਪ੍ਰੈਲ ਡਾਕਟਰ ਭੀਮ ਰਾਓ ਅੰਬੇਦਕਰ ਦੇ ਦਿਹਾੜੇ ਤੱਕ ਜਿਹੜਾ ਹੈਗਾ ਉਹਨਾਂ ਨੇ ਉਲੀਕੇ ਨੇ ਤੇ ਉਦੋਂ ਤੱਕ ਉਹ ਜਾਰੀ ਰਹਿਣਗੇ। ਇਸ ਤਰ੍ਹਾਂ ਭਾਜਪਾ ਵੱਲੋਂ ਆਪਣੇ ਸਥਾਪਨਾ ਦਿਵਸ 'ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਨੇ। ਦੋਸਤੋ ਪਰ ਗੱਲ ਕਰੀਏ ਤਾਂ ਭਾਜਪਾ ਦੇ ਅੱਜ 43 ਸਾਲ ਪੂਰੇ ਹੋ ਚੁੱਕੇ ਨੇ। 44ਵਾਂ ਸਥਾਪਨਾ ਦਿਵਸ ਉਹ ਆਪਣਾ ਮਨਾ ਰਹੇ ਨੇ। ਇਸ ਦੌਰਾਨ ਭਾਜਪਾ ਨੇ ਜਿੱਥੇ ਕਈ ਉਤਾਰ ਚੜ੍ਹਾਅ ਦੇਖੇ ਤਾਂ ਉੱਥੇ ਦੇਸ਼ ਦੇ ਵਿੱਚ ਕਈ ਵਾਰ ਭਾਜਪਾ ਨੂੰ ਵੱਡੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਵਿਰੋਧਤਾ ਦਾ ਸਾਹਮਣਾ ਕਰਨਾ ਪਿਆ, ਪਰ ਭਾਜਪਾ ਲਗਾਤਾਰ ਅੱਗੇ ਵੱਧਦੀ ਰਹੀ ਹੈ ਤੇ ਅੱਜ ਉਸੇ ਦੇ ਚੱਲਦਿਆਂ ਦੇਸ਼ ਦੀ ਸਭ ਤੋਂ ਮਜ਼ਬੂਤ ਪਾਰਟੀ ਬਣ ਕੇ ਭਾਜਪਾ ਉੱਭਰ ਰਹੀ ਹੈ। ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਤੇ ਹੋਰ ਭਾਜਪਾ ਆਗੂ ਵੀ ਇੱਕ ਗੱਲ ਅਕਸਰ ਹੀ ਕਹਿੰਦੇ ਰਹੇ ਨੇ ਵੀ ਕਿ ਵਿਦੇਸ਼ਾਂ 'ਚ ਜਿਹੜੇ ਅਖਬਾਰ ਛਪਦੇ ਨੇ ਉਹ ਭਾਜਪਾ ਦੇ ਅਕਸ ਨੂੰ ਢਾਹ ਲਾਉਣ ਦਾ ਕੰਮ ਕਰਦੇ ਨੇ। ਉਹ ਸਹੀ ਜਿਹੜਾ ਭਾਜਪਾ ਬਾਰੇ ਰਿਪੋਰਟ ਨਹੀਂ ਕਰਦੇ, ਉਹ ਗਲਤ ਰਿਪੋਰਟਿੰਗ ਕਰਦੇ ਨੇ। ਇਸ ਤਰ੍ਹਾਂ ਦੀ ਕਈ ਤਰ੍ਹਾਂ ਦੇ ਦੋਸ਼ ਕਹਿ ਲਈਏ ਜਾਂ ਆਲੋਚਨਾਵਾਂ ਭਾਜਪਾ ਆਗੂ ਜਿਹੜੇ ਨੇ ਵਿਦੇਸ਼ਾਂ ਦੇ ਅਖਬਾਰਾਂ ਨੂੰ ਲੈ ਕੇ ਕਰਦੇ ਨੇ। ਪਰ ਜੇ ਗੱਲ ਕਰੀਏ ਤਾਂ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਵਿਦੇਸ਼ੀ ਅਖਬਾਰ ਹੈ, ਪ੍ਰਸਿੱਧ ਵਿਦੇਸ਼ੀ ਅਖਬਾਰ ਵਾਲ ਸਟਰੀਟ ਜਰਨਲ, ਉਸਦੇ ਜਿਹੜੇ ਇੱਕ ਸੀਨੀਅਰ ਜਰਨਲਿਸਟ ਨੇ ਵਾਲਟਰ ਰਸਲ ਮੀਥ, ਉਹਨਾਂ ਨੇ ਜਿਹੜਾ ਹੈਗਾ ਇੱਕ ਆਰਟੀਕਲ ਲਿਖਿਆ। ਉਸ ਆਰਟੀਕਲ ਦੇ ਵਿੱਚ ਬੀਜੇਪੀ ਨੂੰ ਜਿਹੜਾ ਹੈਗਾ ਦਾ ਵਰਲਡਸ ਮੋਸਟ ਇੰਪੋਰਟੈਂਟ ਪਾਰਟੀ ਜਿਹੜਾ ਹੈਗਾ ਕਹਿ ਕੇ ਸੰਬੋਧਨ ਕੀਤਾ। ਉਸਨੇ ਕਿਹਾ ਵੀ ਕਿ ਭਾਜਪਾ ਨੂੰ ਜਿਹੜਾ ਹੈਗਾ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਪਾਰਟੀ ਦੱਸਿਆ ਤੇ ਉਹਨਾਂ ਇਹ ਗੱਲ ਮੰਨੀ ਹੈ ਵੀ ਕਿ ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਜਿਹੜਾ ਹੈਗਾ ਭਾਜਪਾ ਦੀ ਜਿਹੜੀ ਹੈਗੀ ਆ ਭਾਰਤ ਦੇ ਵਿੱਚ ਭਾਜਪਾ ਦੀ ਨੁਕਤਾ ਨਿਗਾਹ ਰੱਖਣ ਵਾਲੀ ਜਿਹੜੀ ਸੋਚ ਹੈ, ਜਿਹੜੀ ਇਸ ਤਰ੍ਹਾਂ ਦੀ ਰਣਨੀਤੀ ਹੈ, ਸਟ੍ਰੈਟਜੀ ਹੈ, ਉਸ ਬਾਰੇ ਸੋਚਣ ਦੀ ਵਿਚਾਰਨ ਦੀ ਲੋੜ ਹੈ। ਤਾਂ ਹੀ ਜਿਹੜਾ ਹੈਗਾ ਭਾਜਪਾ ਦੇ ਕੰਮਕਾਜ ਨੂੰ ਸਮਝਿਆ ਜਾ ਸਕਦਾ ਹੈ ਵੀ ਕਿ ਜਿਹੜੇ ਸਾਡੇ ਭਾਜਪਾ ਆਗੂ ਲਗਾਤਾਰ ਇਸ ਤਰ੍ਹਾਂ ਦੀ ਦੂਸ਼ਣਬਾਜ਼ੀਆਂ ਕਰਦੇ ਸੀ ਤਾਂ ਇਹ ਇੱਕ ਜਿਹੜੀ ਵਰਲਡ ਲੈਵਲ ਦੀ ਪ੍ਰਸਿੱਧ ਅਖਬਾਰ ਨੇ ਇਹ ਜਿਹੜਾ ਹੈਗਾ ਆਰਟੀਕਲ ਛਾਪ ਕੇ ਕਿਤੇ ਨਾ ਕਿਤੇ ਭਾਜਪਾ ਦੀ ਜਿਹੜੀ ਨਾਰਾਜ਼ਗੀ ਹੈ ਉਸ ਨੂੰ ਵੀ ਦੂਰ ਕਰ ਦਿੱਤਾ। ਪਰ ਉੱਥੇ ਹੀ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਵੀ ਕਿ ਅਮਰੀਕਾ ਤੇ ਹੋਰਨਾਂ ਦੇਸ਼ਾਂ ਨੂੰ ਵੀ ਭਾਜਪਾ ਦੀ ਰਣਨੀਤੀ ਨੂੰ ਜਿਹੜਾ ਸੋਚਣ ਨੂੰ ਦੀ ਵਿਚਾਰਨ ਦੀ ਲੋੜ ਹੈ, ਇਹ ਵੱਡੀ ਗੱਲ ਹੈ। ਪਰ ਦੋਸਤੋ ਜੇ ਹੁਣ ਆਪਾਂ ਇਹ ਤਾਂ ਸਹੀ ਇੱਕ ਆਮ ਗੱਲ, ਪਰ ਜੇ ਗੱਲ ਕਰੀਏ ਤਾਂ ਭਾਜਪਾ ਦਾ ਕਿਵੇਂ ਗਠਨ ਹੋਇਆ, ਕਿਵੇਂ ਭਾਜਪਾ ਦੀ ਸਥਾਪਨਾ ਹੋਈ, ਕਿਹੜੇ ਹਾਲਾਤ 'ਚ ਹੋਈ, ਤਾਂ ਉਹਨਾਂ ਬਾਰੇ ਗੱਲਬਾਤ ਕਰੀਏ ਤਾਂ ਭਾਜਪਾ ਜਿਹੜੀ ਹੈਗੀ ਆ ਉਹ ਇਹਦੀ ਜਨਮ ਸੰਸਥਾ ਮੁੱਖ ਤੌਰ 'ਤੇ ਜਿਹੜੀ ਹੈਗੀ ਆ ਉਹ RSS ਹੀ ਹੈ। ਵੀ ਕਿ RSS ਦੇ ਵਿੱਚੋਂ ਹੀ ਇਹ ਨਿਕਲ ਕੇ ਆਈ ਹੈ। ਭਾਜਪਾ ਦੇ ਸਾਰੇ ਆਗੂ ਜਿਹੜੇ ਨੇ ਲਗਭਗ ਉਹ RSS ਨਾਲ ਜੁੜੇ ਹੋਏ ਨੇ ਤੇ RSS 'ਚੋਂ ਨਿਕਲ ਕੇ ਜਿਹੜਾ ਹੈਗਾ ਇਹ ਭਾਜਪਾ ਆਈ ਹੈ। ਤੇ RSS ਦੇ ਬਾਰੇ ਗੱਲ ਕਰੀਏ ਤਾਂ RSS ਦੀ ਸਥਾਪਨਾ 1925 ਦੇ ਵਿੱਚ ਹੋਈ ਸੀ। 1925 ਤੋਂ ਜਿਹੜਾ ਹੈਗਾ ਅੱਜ ਉਹ 98 ਵਰ੍ਹਿਆਂ ਦੀ ਜਿਹੜਾ ਹੈਗਾ RSS ਹੋ ਚੁੱਕੀ ਹੈ ਤੇ ਉਹ 2025 ਦੇ ਵਿੱਚ ਆਪਣਾ 100ਵਾਂ ਸਥਾਪਨਾ ਦਿਵਸ ਬਣਾਉਣ ਦੀ ਤਿਆਰੀ ਜਿਹੜਾ ਹੈਗਾ ਕਰ ਰਹੇ ਨੇ। ਤੇ RSS ਨੇ ਜਦੋਂ ਅੱਜ ਤੋਂ 98 ਵਰ੍ਹੇ ਪਹਿਲਾਂ 1925 ਦੇ ਵਿੱਚ ਆਪਣੀ ਸਥਾਪਨਾ ਕੀਤੀ ਤਾਂ ਉਹਨਾਂ ਨੇ ਜਿਹੜਾ ਹੈਗਾ ਮੁੱਖ ਏਜੰਡੇ ਜਿਹੜਾ ਹੈਗਾ ਹਿੰਦੂ ਧਰਮ ਨੂੰ ਰੱਖਿਆ ਵੀ ਕਿ ਹਿੰਦੂ ਧਰਮ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਉਹਨਾਂ ਨੇ ਆਪਣਾ ਨਜ਼ਰੀਆ ਰੱਖਿਆ, ਸੋਚ ਰੱਖੀ ਤੇ ਲੋਕਾਂ ਨੂੰ ਵੀ ਜਿਹੜਾ ਹੈਗਾ ਇਸ ਨਜ਼ਰੀਏ ਨਾਲ ਜੁੜਨ ਦਾ ਜਾਂ ਇਸ ਨਜ਼ਰੀਏ ਨੂੰ ਲੈ ਕੇ ਇੱਕ ਲੋਕਾਂ ਨੂੰ ਸੱਦਾ ਦਿੱਤਾ ਵੀ ਕਿ ਵਾਕਈ ਹਿੰਦੂ ਧਰਮ ਬਾਰੇ ਕੁਝ ਵੱਖਰਾ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ RSS ਦਾ ਜਿਹੜਾ ਸੀਗਾ ਮੁੱਖ ਏਜੰਡਾ ਤੇ RSS ਨੇ ਇਸੇ ਏਜੰਡੇ ਦੇ ਚੱਲਦਿਆਂ ਵੱਡੀ ਗਿਣਤੀ 'ਚ ਜਿਹੜਾ ਹੈਗਾ ਛੋਟੇ ਸਮਾਜਿਕ ਸੰਗਠਨਾਂ ਦਾ ਨਿਰਮਾਣ ਕੀਤਾ ਜੋ ਕਿ ਸਮਾਜ ਦੇ ਵਿੱਚ ਸਮਾਜ ਸੁਧਾਰ ਦਾ ਕੰਮ ਕਰ ਰਹੇ ਨੇ। ਪਰ ਜੇ ਗੱਲ ਕਰੀਏ ਤਾਂ RSS ਵੱਲੋਂ ਮੁੱਖ ਤੌਰ 'ਤੇ ਪਹਿਲਾਂ ਜਿਹੜਾ ਹੈਗਾ ਜਨਸੰਘ ਨੂੰ ਜਨਮ ਦਿੱਤਾ ਗਿਆ, ਜਨਸੰਘ ਬਣਿਆ ਤੇ ਜਿਸ ਵੱਲੋਂ ਮੁੱਖ ਤੌਰ 'ਤੇ ਕਾਂਗਰਸ ਦੀ ਵਿਰੋਧਤਾ ਕਰਨਾ ਉਹਦਾ ਕੰਮ ਸੀਗਾ। ਉਹ ਕਾਂਗਰਸ ਦੇ ਵਿਰੁੱਧ ਚੋਣਾਂ ਲੜਦੇ ਸੀਗੇ ਤੇ ਸਾਲ 1975 ਦੇ ਵਿੱਚ ਇੰਦਰਾ ਗਾਂਧੀ ਵਿਰੁੱਧ ਜਿਹੜਾ ਦੇਸ਼ ਭਰ ਦੇ ਵਿੱਚ ਅੰਦੋਲਨ ਚੱਲੇ ਤਾਂ ਉਹਨਾਂ ਅੰਦੋਲਨਾਂ ਵਿੱਚ ਜਨਸੰਘ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਪਰ
ਉਸ ਸਮੇਂ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਵੀ ਲਗਾ ਦਿੱਤੀ ਗਈ ਤਾਂ ਦੇਸ਼ 'ਚ ਹਾਲਾਤ ਹੋਰ ਵੀ ਮਾੜੇ ਹੁੰਦੇ ਗਏ। ਕਈ ਜਨਸੰਘ ਦੇ ਵੱਡੇ ਆਗੂ, ਚਾਹੇ ਉਹ ਅਟਲ ਬਿਹਾਰੀ ਵਾਜਪਾਈ ਹੈ, ਚਾਹੇ ਅਡਵਾਨੀ ਹੋਰੀ ਨੇ, ਜਾਂ ਹੋਰ ਕਈ ਤਰ੍ਹਾਂ ਦੇ ਜਿੰਨੇ ਵੀ ਸਿਆਸੀ ਲੀਡਰ ਸੀ, ਉਹਨਾਂ ਨੂੰ ਜੇਲ੍ਹਾਂ ਤੱਕ ਦੇ ਵਿੱਚ ਬੰਦ ਕੀਤਾ ਗਿਆ। ਇਹ ਉਸ ਸਮੇਂ ਐਮਰਜੈਂਸੀ ਦੇ ਸਮੇਂ ਹੋਇਆ। ਤੇ ਸਾਲ 1977 'ਚ ਐਮਰਜੈਂਸੀ ਖਤਮ ਹੁੰਦੀ ਹੈ ਤੇ ਜਿਹੜਾ ਜਨਸੰਘ ਹੈ ਉਹ ਜਿਹੜਾ ਹੈਗਾ ਜਨਤਾ ਦਲ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਪਰ ਜਨਤਾ ਦਲ ਦੇ ਵਿੱਚ ਤਬਦੀਲ ਹੋਣ ਤੋਂ ਬਾਅਦ ਵੀ ਇਹਨਾਂ ਦੇ ਵਿੱਚ, ਕਿਉਂਕਿ 2-3 ਪਾਰਟੀਆਂ ਨਾਲ ਗੱਠਜੋੜ ਹੁੰਦਾ ਹੈ, ਗੱਠਜੋੜ ਦੇ ਵਿੱਚ ਫੁੱਟ ਪੈਂਦੀ ਹੈ, ਕਿਉਂਕਿ ਕਈ ਆਗੂ ਇਹੋ ਜਿਹੇ ਨੇ ਜਿਨ੍ਹਾਂ ਕੋਲ ਜਿਹੜਾ ਦੋਹਰੀ ਮੈਂਬਰਸ਼ਿਪ ਜਿਹੜੀ ਉਹਨਾਂ ਨੇ ਲਈ ਹੋਈ ਸੀ। ਉਹਨਾਂ ਕੋਲ ਜਨਤਾ ਦਲ ਦੀ ਮੈਂਬਰਸ਼ਿਪ ਵੀ ਸੀ ਤੇ ਦੂਜੇ ਪਾਸੇ ਉਹ RSS ਦੇ ਮੈਂਬਰ ਵਜੋਂ ਵੀ ਕੰਮ ਕਰ ਰਹੇ ਸੀ। ਤੇ ਉਸ ਦਾ ਜਿਹੜਾ ਹੈਗਾ ਸਮਾਜਵਾਦੀ ਨੇਤਾ ਮਦਊ ਲੁਮਾਈ ਨੇ ਵਿਰੋਧ ਕੀਤਾ ਵੀ ਕਿ ਦੋਹਰੀ ਮੈਂਬਰਸ਼ਿਪ ਨਹੀਂ ਹੋਣੀ ਚਾਹੀਦੀ। ਸਾਰੇ ਸਿਆਸੀ ਆਗੂ ਜਿਹੜੇ ਨੇ ਪਹਿਲਾਂ ਇਹ ਸਪਸ਼ਟ ਕਰਨ, ਚਾਹੇ ਉਹ ਇੱਕ RSS ਦੇ ਮੈਂਬਰ ਰਹਿਣ, ਚਾਹੇ ਉਹ ਜਿਹੜਾ ਹੈਗਾ ਜਨਤਾ ਦਲ ਦੇ ਮੈਂਬਰ ਰਹਿਣ। ਇਸ ਕਰਕੇ ਜਿਹੜਾ ਹੈਗਾ ਵੱਡੇ ਪੱਧਰ 'ਤੇ ਪਾਰਟੀ ਦੇ ਵਿੱਚ ਫੁੱਟ ਪਈ, ਜਿਹੜਾ ਹੈਗਾ ਪਾਰਟੀ ਜਿਹੜਾ ਹੈਗਾ ਖ਼ਤਮ ਹੋਣ ਕੰਢੇ ਪਹੁੰਚ ਗਈ। ਤੇ ਫਿਰ ਜਿਹੜਾ ਹੈਗਾ ਭਾਜਪਾ ਆਗੂਆਂ ਵੱਲੋਂ ਸਾਲ 1980 ਦੇ ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਗਠਨ ਕੀਤਾ ਗਿਆ। ਇਹ ਹੋਇਆ 6 ਅਪ੍ਰੈਲ 1980 ਨੂੰ। ਭਾਜਪਾ ਦਾ ਜਿਹੜਾ ਹੈਗਾ ਨਿਰਮਾਣ ਕੀਤਾ ਗਿਆ, ਭਾਜਪਾ ਦੀ ਸਥਾਪਨਾ ਹੋਈ ਤੇ ਭਾਜਪਾ ਦੀ ਸਥਾਪਨਾ ਹੁੰਦੇ ਹੀ ਜਿਹੜਾ ਹੈਗਾ ਸ਼੍ਰੀ ਅਟਲ ਬਿਹਾਰੀ ਵਾਜਪਾਈ ਜਿਹੜੇ ਨੇ ਉਹ ਭਾਜਪਾ ਦੇ ਪਹਿਲੇ ਪ੍ਰਧਾਨ ਬਣਾਏ ਗਏ। ਤੇ ਉਸ ਤੋਂ ਬਾਅਦ ਭਾਜਪਾ ਜਿਹੜਾ ਹੈਗਾ ਦੇਸ਼ 'ਚ ਲਗਾਤਾਰ ਮਜ਼ਬੂਤੀ ਨਾਲ ਅੱਗੇ ਵੱਧਦੀ ਗਈ। ਫਿਰ 1984-85 ਦੇ ਵਿੱਚ ਜਾ ਕੇ ਪਹਿਲੀਆਂ ਚੋਣਾਂ ਹੁੰਦੀਆਂ ਨੇ, ਜਿਸ ਦੇ ਵਿੱਚ ਕਿਉਂਕਿ ਉਸ ਸਮੇਂ ਤੱਕ ਸਾਡੇ ਪ੍ਰਧਾਨ ਮੰਤਰੀ ਉਸ ਸਮੇਂ ਦੇ ਜਿਹੜੇ ਸੀਗੇ ਸ਼੍ਰੀਮਤੀ ਇੰਦਰਾ ਗਾਂਧੀ, ਉਹਨਾਂ ਦਾ ਕਤਲ ਹੋ ਚੁੱਕਾ ਹੁੰਦਾ ਹੈ। ਕਤਲ ਹੋਣ ਤੋਂ ਬਾਅਦ ਆਮ ਚੋਣਾਂ ਹੁੰਦੀਆਂ ਨੇ ਤਾਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਲੋਕਾਂ ਦਾ ਬਹੁਮਤ ਮਿਲਦਾ, ਲੋਕਾਂ ਦੀ ਹਮਾਇਤ ਮਿਲਦੀ ਹੈ। ਪਰ ਉਸ ਸਮੇਂ ਕਾਂਗਰਸ ਪਾਰਟੀ ਭਾਵੇਂ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ, ਪਰ ਭਾਜਪਾ ਜਿਹੜੀ ਹੈਗੀ ਹੈ, ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਦੇ ਵਿੱਚ 2 ਸੀਟਾਂ 'ਤੇ ਜਿਹੜਾ ਹੈਗਾ ਲੋਕ ਸਭਾ ਦੀਆਂ ਉਹ ਜਿੱਤ ਹਾਸਲ ਕਰਦੀ ਹੈ। ਤੇ ਇਸ ਤਰ੍ਹਾਂ ਭਾਜਪਾ ਆਪਣਾ ਜਿਹੜਾ ਹੈਗਾ ਉਸ ਸਮੇਂ ਤੋਂ ਸਿਆਸੀ ਜੀਵਨ ਭਾਰਤੀ ਜਨਤਾ ਪਾਰਟੀ ਅੱਗੇ ਸ਼ੁਰੂ ਕਰਦੀ ਹੈ। ਪਰ ਦੋਸਤੋ ਹੈਰਾਨੀ ਦੀ ਗੱਲ ਇਹ ਆਉਂਦੀ ਹੈ, ਭਾਵੇਂ ਉਸ ਸਮੇਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਭਾਜਪਾ ਦੇ ਪ੍ਰਧਾਨ ਸੀ, ਜਿਹੜਾ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਹੋਰ ਕਈ ਕਦਾਵਰ ਆਗੂ ਜਿਹੜੇ ਨੇ ਉਸ ਸਮੇਂ ਪਾਰਟੀ ਵੱਲੋਂ ਚੋਣਾਂ ਲੜੇ ਸੀ, ਜੋ ਕਿ ਸਾਰੇ ਹਾਰ ਗਏ ਸੀ। ਪਰ 2 ਅਜਿਹੇ ਸਿਆਸੀ ਆਗੂ ਸੀ ਜਿਨ੍ਹਾਂ ਦਾ ਸ਼ਾਇਦ ਅੱਜ ਕੋਈ ਨਾਮ ਵੀ ਨਹੀਂ ਸਿਆਸਤ ਦੇ ਵਿੱਚ ਜਾਣਦਾ, ਜਿਨ੍ਹਾਂ ਨੇ ਭਾਜਪਾ ਲਈ ਉਸ ਸਮੇਂ ਪਹਿਲੀ ਵਾਰ ਦੇ ਵਿੱਚ ਚੋਣਾਂ ਜਿੱਤੀਆਂ। ਜੇ ਉਹ ਗੱਲ ਕਰੀਏ ਤਾਂ ਉਹ 2 ਸੀਟਾਂ ਸੀ, ਇੱਕ ਗੁਜਰਾਤ ਦੀ, ਇੱਕ ਆਂਧਰਾ ਪ੍ਰਦੇਸ਼ ਦੀ। ਗੁਜਰਾਤ ਦੇ ਮਹਿਸਮ ਦੇ ਵਿੱਚ AK ਪਟੇਲ ਸੀਗੇ ਜਿਨ੍ਹਾਂ ਨੇ ਜੇ ਪਹਿਲੀ ਵਾਰ ਚੋਣ ਜਿੱਤੀ ਭਾਜਪਾ ਦੇ ਜਿਹੜਾ ਹੈਗਾ ਚੋਣ ਨਿਸ਼ਾਨ ਤੇ ਦੂਜੇ ਪਾਸੇ ਆਂਧਰ ਪ੍ਰਦੇਸ਼ ਦੇ ਹਨਾਮ ਕੰਡੇ ਸੀਟ ਤੋਂ ਜਿਹੜਾ ਹੈਗਾ ਚੰਦੂ ਪਟਿਆ ਜੰਗਾ ਰੈਡੀ। ਇਹਨਾਂ ਨੇ ਜਿਹੜਾ ਹੈ ਇਹ 2 ਆਗੂ ਇਹੋ ਜਿਹੇ ਸੀ ਜਿਨ੍ਹਾਂ ਨੇ ਭਾਜਪਾ ਦੇ ਚੋਣ ਨਿਸ਼ਾਨ ਤੇ ਪਹਿਲੀ ਵਾਰ ਚੋਣਾਂ ਲੜੀਆਂ ਤੇ ਜਿੱਤ ਹਾਸਲ ਕੀਤੀ। ਉਸ ਸਮੇਂ ਤੋਂ ਜਿਹੜਾ ਹੈਗਾ ਭਾਜਪਾ ਦਾ ਜਿਹੜਾ ਹੈਗਾ ਜਿੱਤ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ। ਪਹਿਲਾਂ 2 ਸੀਟਾਂ ਤੋਂ ਜਿੱਤਦੇ ਨੇ, ਕਰਦੇ ਅੱਜ ਭਾਜਪਾ ਦੇਸ਼ ਦੀ ਨਹੀਂ ਦੁਨੀਆ ਭਰ ਦੀ ਮਜ਼ਬੂਤ ਪਾਰਟੀ ਬਣੀ ਹੋਈ ਹੈ। ਜੇ ਦੇਖੀਏ ਤਾਂ ਜਿਹੜਾ ਭਾਜਪਾ ਹੌਲੀ ਹੌਲੀ ਜਿਹੜਾ ਹੈਗਾ ਆਪਣੀ ਮਜ਼ਬੂਤੀ ਵੱਲ ਅੱਗੇ ਵੱਧਦੀ ਗਈ, ਕਿਉਂਕਿ ਭਾਜਪਾ ਲਈ RSS ਵੀ ਕੰਮ ਕਰਦੀ ਸੀ। ਜਿਹੜੀ RSS ਦੀ ਰੋਜ਼ਾਨਾ ਦੀ ਕਾਰਵਾਈ ਹੈ, ਜਿਸ ਨੂੰ ਸ਼ਾਖਾ ਦੇ ਰੂਪ 'ਚ ਉਹ ਲਗਾਉਂਦੇ ਨੇ, ਉਸ ਨਾਲ ਪਾਰਟੀ ਜਿਹੜਾ ਹੈਗਾ ਦੇਸ਼ ਭਰ 'ਚ ਮਜ਼ਬੂਤ ਹੋਈ ਤੇ ਲਗਾਤਾਰ ਅੱਗੇ ਵੱਧਦੀ ਗਈ ਹੈ। ਇਸੇ ਤਰ੍ਹਾਂ ਚੱਲਦਿਆਂ ਸਾਲ 1998 ਵਿੱਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ 'ਚ ਕਾਮਯਾਬ ਹੁੰਦੀ ਹੈ। ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਬਣਾਇਆ ਜਾਂਦਾ ਹੈ। ਭਾਵੇਂ ਉਹ ਸਰਕਾਰ ਸਿਰਫ 13 ਦਿਨ ਚੱਲਦੀ ਹੈ, 13 ਦਿਨਾਂ ਬਾਅਦ ਸਰਕਾਰ ਟੁੱਟ ਜਾਂਦੀ ਹੈ, ਦੁਬਾਰਾ ਚੋਣਾਂ ਹੁੰਦੀਆਂ ਵੀ ਕਿ 13 ਦਿਨ ਸਰਕਾਰ ਬਣਨ ਤੋਂ ਬਾਅਦ ਜਿਹੜਾ ਹੈਗਾ ਦੁਬਾਰਾ ਇਹ ਗਠਜੋੜ ਦੀ ਸਰਕਾਰ ਬਣਦੀ ਹੈ, ਜੋ ਕਿ NDA ਗਠਜੋੜ ਦਾ ਜਿਸ ਨੂੰ ਨਾਮ ਦਿੱਤਾ ਗਿਆ। ਤੇ ਉਸ ਤੋਂ ਬਾਅਦ ਭਾਜਪਾ ਇੱਕ ਜਿੱਤ ਵਾਲੇ ਰਾਹ 'ਤੇ ਤੁਰ ਪੈਂਦੀ ਹੈ। ਇਸ ਸਮੇਂ ਦੌਰਾਨ ਜੇ ਦੇਖੀਏ ਤਾਂ ਭਾਜਪਾ ਵੱਲੋਂ ਕਈ ਮੁਹਿੰਮਾਂ ਵੀ ਜਿਹੜਾ ਹੈਗਾ ਦੇਸ਼ ਭਰ 'ਚ ਚਲਾਈ ਜਾਂਦੀ ਹੈ। ਜੇ ਸਭ ਤੋਂ ਵੱਡੀ ਮੁਹਿੰਮ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਤੇ RSS ਵੱਲੋਂ ਸ਼੍ਰੀ ਰਾਮ ਮੰਦਿਰ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਚਲਾਈ ਗਈ ਵੀ ਕਿ ਰਾਮ ਜਨਮ ਭੂਮੀ ਦਾ ਉਹਨਾਂ ਨੇ ਮੁੱਦਾ ਚੁੱਕਿਆ, ਜੰਮੂ ਕਸ਼ਮੀਰ 'ਚ ਧਾਰਾ 370 ਖਤਮ ਕਰਨ ਦਾ ਮੁੱਦਾ ਚੁੱਕਿਆ, ਹੋਰ ਇਸ ਤਰ੍ਹਾਂ ਧਰਮ ਦੇ ਨਾਮ 'ਤੇ ਕਈ ਤਰ੍ਹਾਂ ਦੇ ਜਿਹੜੇ ਮੁੱਦੇ ਉਹਨਾਂ ਨੇ ਚੁੱਕੇ ਸੀਗੇ। ਤੇ 1992 ਦੇ ਵਿੱਚ ਇਸੇ ਮੁਹਿੰਮ ਦੇ ਚੱਲਦਿਆਂ ਜਿਹੜਾ ਹੈਗਾ ਬਾਬਰੀ ਮਸਜਿਦ ਢਾਹ ਦਿੱਤੀ ਗਈ, ਜਿਸ 'ਚ ਭਾਜਪਾ ਦੇ ਕਈ ਵੱਡੇ ਆਗੂਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ, ਉਹਨਾਂ 'ਤੇ ਦੋਸ਼ ਲੱਗੇ। ਤੇ ਇਸ ਏਜੰਡਿਆਂ ਦੇ ਭਾਜਪਾ ਜਿਹੜੀ ਹੈਗੀ ਆ ਦੇਸ਼ ਦੇ ਵਿੱਚ ਮਜ਼ਬੂਤੀ ਨਾਲ ਅੱਗੇ ਵੱਧਦੀ ਰਹੀ। ਤੇ ਜੇ ਦੇਖੀਏ ਤਾਂ 1998 ਤੋਂ ਬਾਅਦ 2004 ਦੇ ਵਿੱਚ ਜਿਹੜੀ ਚੋਣਾਂ ਹੁੰਦੀਆਂ ਨੇ ਤਾਂ ਸਾਰਿਆਂ ਨੂੰ ਐ ਹੁੰਦਾ
ਵੀ ਕਿ ਭਾਜਪਾ ਮੁੜ ਸੱਤਾ ਦੇ ਵਿੱਚ ਕਾਬਜ਼ ਹੋਵੇਗੀ, ਪਰ ਅਜਿਹਾ ਨਹੀਂ ਹੁੰਦਾ। ਸੋਨੀਆ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਨਾਲ ਦੇਸ਼ 'ਚ ਅੱਗੇ ਵਧੀ ਤੇ ਜਿਹੜਾ ਹੈਗਾ ਉਹਨਾਂ ਨੇ ਸੱਤਾ ਸਾਂਭੀ। ਉਸ ਸਮੇਂ UPA ਗਠਜੋੜ ਦੀ ਸਰਕਾਰ ਸੀ। ਸ਼੍ਰੀ ਮਨਮੋਹਨ ਸਿੰਘ ਨੂੰ ਜਿਹੜਾ ਹੈਗਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਇਸੇ ਤਰ੍ਹਾਂ 2009 ਦੀ ਗੱਲ ਕਰੀਏ ਤਾਂ 9 ਦੇ ਵਿੱਚ ਵੀ ਜਿਹੜਾ ਹੈਗਾ ਕਾਂਗਰਸ ਪਾਰਟੀ ਨੇ ਮੁੜ ਸੱਤਾ ਦੇ ਵਿੱਚ ਕਾਬਜ਼ ਹੋਈ। ਉਸ ਸਮੇਂ ਵੀ ਸਿਆਸੀ ਮਾਹਰਾਂ ਦਾ ਮੰਨਣਾ ਸੀਗਾ ਕਿ ਦੇਸ਼ 'ਚ ਭਾਜਪਾ ਜਿਹੜੀ ਹੈਗੀ ਹੈ ਉਹ ਆ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਤੇ ਫਿਰ 2009 ਦੇ ਵਿੱਚ ਕਾਂਗਰਸ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਤੇ ਕਈ ਤਰ੍ਹਾਂ ਦੇ ਘੁਟਾਲੇ ਕਰਨ ਦੇ, ਭ੍ਰਿਸ਼ਟਾਚਾਰ ਕਰਨ ਦੇ, ਇਸ ਤਰ੍ਹਾਂ ਦੇ ਕਈ ਗੰਭੀਰ ਦੋਸ਼ ਲੱਗੇ। ਕਈ ਆਗੂਆਂ ਦੇ ਨਾਮ ਸਾਹਮਣੇ ਆਏ ਨੇ ਤੇ ਕਾਂਗਰਸ ਪਾਰਟੀ ਦੀ ਦੇਸ਼ ਭਰ ਦੇ ਵਿੱਚ ਥੂ ਥੂ ਹੁੰਦੀ ਹੈ। ਤੇ ਦੂਜੇ ਪਾਸੇ ਭਾਜਪਾ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਦੇ ਹੋਏ ਜਿਹੜਾ ਅਡਵਾਨੀ ਵਰਗੇ ਸੀਨੀਅਰ ਆਗੂਆਂ ਨੂੰ ਜਿਹੜਾ ਹੈਗਾ ਪਿੱਛੇ ਛੱਡਦੇ ਹੋਏ ਇੱਕ ਨਵਾਂ ਪੈਂਤੜਾ ਖੇਡਦੀ ਹੈ ਤੇ ਸ਼੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਉਭਾਰਦੀ ਹੈ, ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਦੀ ਹੈ। ਜੇ ਮੋਦੀ ਦੀ ਗੱਲ ਕਰੀਏ ਤਾਂ ਮੋਦੀ ਦਾ ਕੋਈ ਸਿਆਸੀ ਜੀਵਨ ਕੋਈ ਬਹੁਤਾ ਨਹੀਂ ਸੀਗਾ। ਉਹ ਇੱਕ RSS ਦੇ ਪ੍ਰਚਾਰਕ ਸੀਗੇ ਤਾਂ RSS ਦੇ ਪ੍ਰਚਾਰਕ ਰਹਿੰਦਿਆਂ ਹੀ ਉਹਨਾਂ ਨੂੰ ਗੁਜਰਾਤ ਦਾ ਜਿਹੜਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਹੈਗਾ ਸਾਲ 2002 ਦੇ ਵਿੱਚ ਗੁਜਰਾਤ 'ਚ ਫਿਰਕੂ ਹਿੰਸਾ ਹੁੰਦੀ ਹੈ। ਫਿਰਕੂ ਹਿੰਸਾ ਤੋਂ ਬਾਅਦ ਜਿਹੜਾ ਹੈਗਾ ਭਾਜਪਾ ਹੋਰ ਕਮਜ਼ੋਰ ਹੋਣ ਦੀ ਥਾਂ ਤੇ ਜਿਹੜਾ ਹੋਰ ਮਜ਼ਬੂਤੀ ਨਾਲ ਉੱਭਰਦੀ ਹੈ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਜਦੋਂ ਪੇਸ਼ ਹੁੰਦੇ ਨੇ ਤਾਂ ਉਹਨਾਂ ਨੂੰ ਦੁਨੀਆ ਭਰ ਦੇ ਦੇਸ਼ ਭਰ ਦੇ ਲੋਕ ਜਿਹੜੇ ਨੇ ਚਾਹੁੰਦੇ ਨੇ, ਉਹਨਾਂ ਨੂੰ ਪਸੰਦ ਕਰਦੇ ਨੇ, ਜਿਸ ਦਾ ਨਤੀਜਾ ਇਹ ਹੁੰਦਾ ਹੈ ਵੀ ਕਿ ਭਾਜਪਾ ਵੱਲੋਂ ਜਿੱਥੇ 2014 ਦੀਆਂ ਚੋਣਾਂ 'ਚ ਦੇਸ਼ ਭਰ ਦੇ ਵਿੱਚ ਇੱਕ ਗੁਜਰਾਤ ਮਾਡਲ ਦਾ ਪ੍ਰਚਾਰ ਕੀਤਾ ਜਾਂਦਾ ਹੈ, ਉੱਥੇ ਹੀ ਜਿਹੜਾ ਹੈਗਾ ਸ਼੍ਰੀ ਨਰਿੰਦਰ ਮੋਦੀ ਦੀ ਜਿਹੜੀ ਹਿੰਦੂਤਵੀ ਛਵੀ ਬਣੀ ਹੁੰਦੀ ਹੈ ਉਸ ਦਾ ਵੀ ਪ੍ਰਚਾਰ ਕੀਤਾ ਜਾਂਦਾ ਹੈ, ਜਿਸ ਦੇ ਸਦਕਾ ਸਾਲ 2014 ਦੇ ਵਿੱਚ ਭਾਜਪਾ ਇੱਕ ਮਜ਼ਬੂਤੀ ਨਾਲ ਸਰਕਾਰ ਬਣਾਉਂਦੀ ਹੈ। ਤੇ 2015 ਦੇ ਵਿੱਚ ਤਾਂ ਇੱਕ ਅੰਕੜਾ ਵੀ ਸਾਹਮਣੇ ਆਉਂਦਾ ਹੈ ਵੀ ਕਿ ਭਾਰਤੀ ਜਨਤਾ ਪਾਰਟੀ ਨੂੰ ਇਕੱਲੀ ਭਾਰਤ ਦੇਸ਼ ਦੀ ਨਹੀਂ ਦੁਨੀਆ ਭਰ ਦੀ ਜਿਹੜਾ ਹੈਗਾ ਸਭ ਤੋਂ ਵੱਡੀ ਸਿਆਸੀ ਪਾਰਟੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਚਾਈਨਾ ਦੀ ਕਮਿਊਨਿਸਟ ਪਾਰਟੀ ਜਿਹੜੀ ਨਹੀਂ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੰਨੀ ਗਈ ਸੀ। ਪਰ ਭਾਜਪਾ ਨੇ ਜਿਹੜਾ ਮੈਂਬਰਸ਼ਿਪ ਦਾ ਇੱਕ ਅੰਕੜਾ ਪੇਸ਼ ਕੀਤਾ ਉਹ 18 ਕਰੋੜ ਤੋਂ ਵੱਧ ਸੀਗਾ, ਜਿਸ ਨਾਲ ਉਹ ਦੁਨੀਆ ਭਰ ਤੋਂ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ। ਤੇ ਇਸ ਦੇ ਨਾਲ ਹੀ ਭਾਜਪਾ ਜਿਹੜਾ ਹੈਗਾ ਆਪਣਾ ਜਿੱਤ ਦਾ ਜਿਹੜਾ ਹੈਗਾ ਪਰਚਮ ਲਗਾਤਾਰ ਲਹਿਰਾਉਂਦੀ ਰਹੀ ਹੈ। ਭਾਵੇਂ ਕਿ 2014 'ਚ ਕੇਂਦਰ 'ਚ ਜਿੱਤ ਤੋਂ ਬਾਅਦ ਸਾਲ 2018 ਦੇ ਵਿੱਚ ਜਿਹੜੇ ਦੇਸ਼ ਦੇ ਵੱਡੇ ਸੂਬੇ ਚਾਹੇ ਕਰਨਾਟਕਾ ਹੋਣ, ਰਾਜਸਥਾਨ ਹੋਵੇ, ਮੱਧ ਪ੍ਰਦੇਸ਼ ਹੋਵੇ, ਛੱਤੀਸਗੜ੍ਹ ਹੋਵੇ, ਉੱਥੇ ਸੂਬਿਆਂ ਦੇ ਵਿੱਚ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ, ਹਾਰ ਦਾ ਸਾਹਮਣਾ ਕਰਨਾ ਪੈਂਦਾ। ਪਰ 2019 ਦੀਆਂ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਭਾਜਪਾ ਮੁੜ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਇੱਕ ਮਜ਼ਬੂਤੀ ਨਾਲ ਸਰਕਾਰ ਬਣਾਉਂਦੀ ਹੈ ਤੇ ਦੇਸ਼ 303 ਸੀਟਾਂ ਤੇ ਜਿਹੜਾ ਹੈ ਜਿੱਤ ਹਾਸਲ ਕਰਦੀ ਹੈ। ਦੋਸਤੋ, ਇਸ ਤੋਂ ਪਤਾ ਲੱਗਦਾ ਹੈ ਵੀ ਕਿ ਭਾਜਪਾ ਕਿਸ ਜਿਹੜਾ ਹੈਗਾ ਰਣਨੀਤੀ ਨਾਲ ਅੱਗੇ ਵੱਧ ਰਹੀ ਹੈ। ਤੇ ਅੱਜ ਜੇ ਸੂਬਿਆਂ ਦੇ ਵਿੱਚ ਵੀ ਨਜ਼ਰ ਮਾਰੀਏ ਤਾਂ ਦੇਸ਼ ਦੇ ਲਗਭਗ 1 ਦਰਜਨ ਤੋਂ ਵੱਧ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਕੱਲੀ ਕਾਬਜ਼ ਹੈ। ਉੱਥੇ ਹੀ ਜਿਹੜਾ ਹੈਗਾ ਕੁਝ ਸੂਬਿਆਂ ਦੇ ਵਿੱਚ ਗਠਜੋੜ ਦੇ ਵਿੱਚ ਕਾਬਜ਼ ਹੈ। ਇਸ ਤਰ੍ਹਾਂ ਦੇਸ਼ ਦੇ 29 ਸੂਬਿਆਂ ਦੇ ਵਿੱਚੋਂ ਲਗਭਗ 1.5 ਦਰਜਨ ਦੇ ਕਰੀਬ ਸੂਬਿਆਂ ਦੇ ਵਿੱਚ ਭਾਜਪਾ ਜਿਹੜੀ ਹੈਗੀ ਹੈ ਸੱਤਾ ਦੇ ਵਿੱਚ ਇਸ ਸਮੇਂ ਕਾਬਜ਼ ਹੈ। ਤੇ ਦੂਜੇ ਪਾਸੇ ਜੇ ਵਿਰੋਧੀ ਧਿਰਾਂ ਤੇ ਨਜ਼ਰ ਮਾਰੀਏ ਤਾਂ ਵਿਰੋਧੀ ਧਿਰਾਂ ਦੇ ਕੋਲ ਜਿਹੜਾ ਹੈਗਾ ਇਸ ਸਮੇਂ ਨਾ ਤਾਂ ਕੋਈ ਵੱਡਾ ਚਿਹਰਾ ਉੱਭਰ ਕੇ ਸਾਹਮਣੇ ਆ ਰਿਹਾ ਤੇ ਨਾ ਹੀ ਉਹ ਇਕੱਠੇ ਹੋ ਕੇ ਭਾਜਪਾ ਨੂੰ ਰੋਕਦੇ ਦਿਖਾਈ ਦੇ ਰਹੇ ਨੇ, ਕਿਉਂਕਿ ਭਾਜਪਾ ਵੱਲੋਂ ਚੋਣਾਂ 'ਚ ਜਿਹੜਾ ਹੈਗਾ ਦੇਸ਼ 'ਚ ਕਈ ਤਰ੍ਹਾਂ ਦੇ ਇਹੋ ਜਿਹੇ ਵਾਅਦੇ ਕੀਤੇ ਗਏ ਤੇ ਉਹਨਾਂ ਨੇ ਪੂਰਾ ਵੀ ਕਰਕੇ ਦਿਖਾਇਆ। ਜੇ 2019 ਤੋਂ ਬਾਅਦ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਭਾਜਪਾ ਵੱਲੋਂ ਜੋ ਆਪਣੇ ਇਲੈਕਸ਼ਨ ਮੈਨੀਫੈਸਟੋ 'ਚ ਗੱਲਾਂ ਕਹੀਆਂ ਉਹਨਾਂ ਨੇ ਪੂਰੀਆਂ ਕਰਕੇ ਦਿਖਾਈਆਂ। ਉਹਨਾਂ ਨੇ ਵਾਅਦਾ ਕੀਤਾ ਸੀ ਤਾਂ ਧਾਰਾ 370 ਖਤਮ ਕਰਨ ਦਾ, ਉਹਨਾਂ ਨੇ ਕਰਕੇ ਦਿਖਾਤੀ। ਉਹਨਾਂ ਨੇ 3 ਤਲਾਕ ਖਤਮ ਕਰਨ ਦਾ ਜਿਹੜਾ ਗੱਲ ਕੀਤੀ ਉਹਨਾਂ ਨੇ ਉਹ ਕਰਕੇ ਦਿਖਾਤੀ। ਉਹਨਾਂ ਨੇ ਰਾਮ ਮੰਦਿਰ ਬਣਾਉਣ ਦੀ ਇੱਕ ਮੰਗ ਰੱਖੀ ਸੀ ਵੀ ਅਸੀਂ ਰਾਮ ਮੰਦਿਰ ਬਣਾ ਕੇ ਰਵਾਂਗੇ, ਤਾਂ ਉਹ ਵੀ ਜਿਹੜਾ ਹੈਗਾ ਉਸ ਦਾ ਰਾਹ ਪੱਧਰਾ ਕਰਕੇ ਦੇਸ਼ ਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ ਜਿਹੜਾ ਹੈਗਾ ਚੱਲ ਰਿਹਾ ਹੈ। ਤੇ ਭਾਜਪਾ ਦਾ ਦਾਅਵਾ ਹੈ ਵੀ ਕਿ ਅਸੀਂ ਅਗਲੇ ਸਾਲ ਜਨਵਰੀ 2024 ਦੇ ਵਿੱਚ ਰਾਮ ਮੰਦਿਰ ਦਾ ਉਦਘਾਟਨ ਜਿਹੜਾ ਹੈਗਾ ਉਹ ਵੀ ਜਨਤਕ ਤੌਰ ਤੇ ਉਸ ਨੂੰ ਖੋਲ੍ਹ ਦਿੱਤਾ ਜਾਏਗਾ। ਇਹ ਵਾਅਦਿਆਂ ਨੂੰ ਜਿਹੜਾ ਹੈਗਾ ਭਾਜਪਾ ਬੜੇ ਜ਼ੋਰ ਸ਼ੋਰ ਨਾਲ ਇਹਨਾਂ ਨੇ ਕੀਤਾ ਸੀਗਾ ਤੇ 2019 ਤੋਂ ਬਾਅਦ ਇਹਨਾਂ ਵਾਅਦਿਆਂ ਨੂੰ ਪੂਰਾ ਵੀ ਕੀਤਾ ਤੇ ਇਸ ਤੋਂ ਸਪਸ਼ਟ ਹੁੰਦਾ ਹੈ ਤੇ ਰਾਜਨੀਤਿਕ ਮਾਹਰ ਵੀ ਇਹ ਗੱਲ ਮੰਨਦੇ ਨੇ ਵੀ ਕਿ ਭਾਜਪਾ ਨੇ ਜਿਹੜੇ 19 ਦੇ ਵਿੱਚ ਵਾਅਦੇ ਕੀਤੇ ਸੀ ਉਹ ਚਾਹੇ ਉਹ ਕਿਸੇ ਵਿਸ਼ੇਸ਼ ਧਰਮ ਜਾਂ ਜਾਤੀ ਨੂੰ ਲੈ ਕੇ ਸੀਗੇ, ਪਰ ਉਹਨਾਂ ਨੇ ਬਹੁਗਿਣਤੀ ਲੋਕਾਂ ਨੂੰ ਖੁਸ਼ ਕਰਕੇ ਉਹਨਾਂ ਨਾਲ ਸੰਬੰਧਿਤ ਵਾਅਦਿਆਂ ਨੂੰ ਪੂਰਾ ਕਰਕੇ ਉਹਨਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਜਿਹੜਾ ਹੈਗਾ ਇੱਕ ਮਜ਼ਬੂਤੀ ਨਾਲ ਜੋੜਨ ਦੀ ਕਾਮਯਾਬੀ ਹਾਸਲ ਕੀਤੀ ਹੈ। ਤੇ ਇਸ ਸਮੇਂ ਦੇਸ਼ ਦੇ ਵਿੱਚ
ਭਾਜਪਾ ਵੱਲੋਂ 4 ਮੁੱਖ ਨੁਕਤਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ, ਜਿਨ੍ਹਾਂ ਦੇ ਸਿਰ ਤੇ ਹੀ ਸਾਲ 2024 ਦੀਆਂ ਚੋਣਾਂ ਵੀ ਭਾਜਪਾ ਲੜਦੀ ਦਿਖਾਈ ਦੇ ਰਹੀ ਹੈ। ਜੇ ਸਭ ਤੋਂ ਵੱਡੀ ਗੱਲ ਕਰੀਏ ਤਾਂ ਇਸ ਸਮੇਂ ਦੇਸ਼ ਦੇ ਵਿੱਚ 80 ਕਰੋੜ ਲੋਕਾਂ ਨੂੰ ਭਾਜਪਾ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਮੁਫਤ ਅਨਾਜ ਦਿੱਤਾ ਜਾ ਰਿਹਾ। ਇਹ ਭਾਵੇਂ ਇਹ ਅਨਾਜ ਦੀ ਦੇਣ ਦੀ ਜੋ ਮੁਹਿੰਮ ਕਰੋਨਾ ਮਹਾਮਾਰੀ ਸਮੇਂ ਸ਼ੁਰੂ ਹੋਈ ਸੀ, ਪਰ ਕੇਂਦਰ ਸਰਕਾਰ ਨੇ ਵਾਰੋ-ਵਾਰੀ ਕਰਦੇ ਇਸ ਨੂੰ ਅੱਗੇ ਵਧਾਉਂਦੇ ਗਈ ਤੇ ਹੁਣ ਦਸੰਬਰ 2023 ਤੱਕ ਇਸ ਮੁਹਿੰਮ ਨੂੰ ਲਗਾਤਾਰ ਅੱਗੇ ਵਧਾ ਦਿੱਤਾ ਹੈ। ਤੇ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜਾ ਭਾਜਪਾ ਵੱਲੋਂ ਹਿੰਦੂ ਬਹੁਗਿਣਤੀ ਲੋਕਾਂ ਨੂੰ ਜਿਹੜਾ ਹੈਗਾ ਭਰੋਸੇ ਵਿੱਚ ਲੈ ਕੇ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਇੱਕ ਭਰੋਸਾ ਦਿਵਾਇਆ ਸੀ, ਉਹ ਵਾਅਦੇ ਪੂਰੇ ਕਰਕੇ ਬਹੁਗਿਣਤੀ ਲੋਕ ਜਿਹੜੇ ਹਿੰਦੂ ਕਮਿਊਨਿਟੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਭਰੋਸਾ ਜਿੱਤ ਲਿਆ ਤੇ ਉਹਨਾਂ ਦੀ ਵੋਟ ਹਾਸਲ ਕਰਨ ਲਈ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ। ਦੂਜੇ ਪਾਸੇ ਗੱਲ ਕਰੀਏ ਤਾਂ ਤੀਜਾ ਨੁਕਤਾ ਜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ, ਕਿਉਂਕਿ ਨਰਿੰਦਰ ਮੋਦੀ ਦੀ ਛਵੀ ਦੇਸ਼ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਇਹੋ ਜਿਹੀ ਬਣ ਚੁੱਕੀ ਹੈ ਜਿਸ ਨੂੰ ਸਾਰੇ ਪਸੰਦ ਕਰ ਰਹੇ ਨੇ। ਉਹ ਇਸ ਛਵੀ ਨੂੰ ਇੱਕ ਵੱਖਰੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਨਰਿੰਦਰ ਮੋਦੀ ਇੱਕ ਨਾਲ ਦੀ ਨਾਲ ਤੁਰੰਤ ਜਵਾਬ ਦੇਣ ਵਾਲੇ ਆਗੂ ਨੇ ਤੇ ਉਹ ਦੇ ਰਹੇ ਨੇ। ਤੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਭਾਜਪਾ ਵੱਲੋਂ ਦੇਸ਼ ਦੇ ਜਿਹੜੇ ਪਛੜੀ ਸ਼੍ਰੇਣੀ ਦੇ ਲੋਕ ਸੀ, ਪਛੜੀ ਜਾਤੀਆਂ ਨਾਲ ਸੰਬੰਧਿਤ ਲੋਕ ਸੀ, ਉਹਨਾਂ ਨੂੰ ਵੀ ਆਪਣੇ ਨਾਲ ਲਾਉਣ ਲਈ ਜਿਹੜਾ ਹੈਗਾ ਨਾਲ ਜੋੜਨ ਲਈ ਕਈ ਤਰ੍ਹਾਂ ਦੀ ਮੁਹਿੰਮਾਂ ਚਲਾਈਆਂ, ਕਈ ਤਰ੍ਹਾਂ ਦਾ ਰਾਖਵਾਂਕਰਨ ਦਿੱਤਾ ਉਹਨਾਂ ਨੂੰ। ਇਸ ਤਰ੍ਹਾਂ ਦਾ ਸਭ ਕੁਝ ਉਹ ਲਗਾਤਾਰ ਕਰਦੇ ਆਏ ਨੇ। ਤੇ ਹੁਣ ਜੋ ਦੇਸ਼ ਦੇ ਵਿੱਚ ਸਿਆਸੀ ਸਮੀਕਰਨ ਬਣ ਰਹੇ ਨੇ ਤਾਂ ਉਹਨਾਂ ਦੇ ਹਾਲਾਤ ਇਹੀ ਦੱਸ ਰਹੇ ਨੇ ਕਿ 24 'ਚ ਭਾਜਪਾ ਮੁੜ ਦੇਸ਼ 'ਚ ਕਾਬਜ਼ ਹੋ ਸਕਦੀ ਹੈ, ਕਿਉਂਕਿ ਉਹਨਾਂ ਦੇ ਵਿਰੁੱਧ ਕੋਈ ਵੀ ਸੱਤਾਧਾਰੀ ਧਿਰ ਹਾਲੇ ਉਸ ਮਜ਼ਬੂਤੀ ਨਾਲ ਲੜਦੀ ਦਿਖਾਈ ਨਹੀਂ ਦੇ ਰਹੀ, ਨਾ ਮਜ਼ਬੂਤ ਰੂਪ 'ਚ ਦਿਖਾਈ ਦੇ ਰਹੀ ਹੈ। ਪਰ ਜਿੱਥੇ ਆਪਾਂ ਇਹ ਗੱਲ ਕਰੀਏ 44 ਵਰ੍ਹਿਆਂ ਦੀ, 43 ਵਰ੍ਹਿਆਂ ਦੀ ਭਾਜਪਾ ਦੀ, ਪਰ ਉੱਥੇ ਜੇ ਆਪਾਂ ਦੇਖੀਏ ਤਾਂ ਇਹਨਾਂ ਪਿਛਲੇ ਕੁਝ ਸਮੇਂ 'ਚ ਭਾਜਪਾ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਪਿਛਲੇ ਸਮੇਂ 'ਚ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਵੱਡੀ ਮੁਹਿੰਮ ਚਲਾਈ ਗਈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਦਾਅਵਾ ਹੈ, ਅੱਜ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਕਿ ਭ੍ਰਿਸ਼ਟਾਚਾਰ ਤੇ ਭਾਈ ਜਿਹੜਾ ਹੈਗਾ ਭਤੀਜਾਵਾਦ ਦੇ ਵਿਰੁੱਧ ਪਾਰਟੀ ਕੰਮ ਕਰ ਰਹੀ ਹੈ ਤੇ ਇਹੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਜਿਹੜਾ ਹੈ ਉਹਨਾਂ ਦੀ CBI ਹੋ ਗਿਆ, ED ਹੋ ਗਿਆ, ਉਹਨਾਂ ਨੇ ਕੰਮ ਕੀਤਾ। ਪਰ ਸਿਆਸੀ ਧਿਰਾਂ ਜਿਹੜੀ ਵਿਰੋਧੀ ਸਿਆਸੀ ਧਿਰ ਹੈ ਉਹ ਇਸ ਨੂੰ ਕਹਿ ਰਹੇ ਬਦਲਾਖੋਰੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਵੀ ਜਾਣ ਬੁੱਝ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਟਾਰਗੇਟ ਕੀਤਾ ਜਾ ਰਿਹਾ ਤੇ ਇਸ ਕਰਕੇ ਇਸ ਤਰ੍ਹਾਂ ਦੀ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਜੇ ਮੁੱਖ ਤੌਰ ਤੇ ਗੱਲ ਕਰੀਏ ਤਾਂ ਪੰਜਾਬ ਦੀ, ਕਿਉਂਕਿ ਆਪਾਂ ਪੰਜਾਬ ਨਾਲ ਸੰਬੰਧਿਤ ਹਾਂ, ਤਾਂ ਪੰਜਾਬੀਆਂ ਨੇ ਹਲੇ ਤੱਕ ਕਦੀ ਵੀ ਭਾਜਪਾ ਨੂੰ ਉਸ ਤਰ੍ਹਾਂ ਦੇ ਨਾ ਤਾਂ ਹਮਾਇਤ ਦਿੰਦੇ ਦਿਖਾਈ ਦਿੱਤੇ ਨੇ, ਨਾ ਉਸ ਤਰ੍ਹਾਂ ਦੀ ਜਿਹੜਾ ਹੈਗਾ ਸੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਗਠਜੋੜ ਦੇ ਵਿੱਚ ਤਾਂ ਕਾਬਜ਼ ਹੁੰਦੀ ਰਹੀ ਹੈ ਅਕਾਲੀ ਦਲ ਨਾਲ, ਪਰ ਇਕੱਲਿਆਂ ਜਦੋਂ ਵੀ ਚੋਣਾਂ ਲੜੀਆਂ ਕੋਈ ਬਹੁਤੀਆਂ ਵੋਟਾਂ ਨਹੀਂ ਪਈਆਂ। ਪਿਛਲੇ ਸਮੇਂ 'ਚ ਦੇਖੀਏ ਤਾਂ ਕਿਸਾਨ ਅੰਦੋਲਨ ਨੇ ਵੀ ਭਾਜਪਾ ਨੂੰ ਜਿਹੜਾ ਹੈਗਾ ਪਸੀਨੇ ਛਡਾ ਦਿੱਤੇ ਸੀਗੇ ਤੇ ਇੱਕ ਪੰਜਾਬ ਦੀ ਅਗਵਾਈ ਹੇਠ ਹੀ ਇੰਨਾ ਵੱਡਾ ਅੰਦੋਲਨ ਚੱਲਿਆ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ 3 ਜਿਹੜਾ ਹੈਗਾ ਕਾਨੂੰਨਾਂ ਨੂੰ ਲੈ ਕੇ ਇੱਕ ਐਕਟ ਲਿਆਂਦਾ ਗਿਆ ਜਿਸ ਨੂੰ ਕਾਨੂੰਨ ਦਾ ਰੂਪ ਦਿੱਤਾ ਗਿਆ। ਉਹਨਾਂ ਕਾਨੂੰਨਾਂ ਦਾ ਪੰਜਾਬ ਤੋਂ ਇੱਕ ਵਿਰੋਧ ਸ਼ੁਰੂ ਹੋਇਆ ਜੋ ਕਿ ਦੇਸ਼ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਚੱਲਿਆ ਤੇ ਆਖਿਰਕਾਰ ਭਾਜਪਾ ਨੂੰ ਜਿਹੜਾ ਹੈਗਾ ਪਿੱਛੇ ਹਟਦੇ ਹੋ ਤਿੰਨੋਂ ਖੇਤੀ ਕਾਨੂੰਨ ਜਿਹੜੇ ਸੀ ਉਹ ਰੱਦ ਕਰਨੇ ਪਏ। ਤੇ ਉਸ ਤੋਂ ਬਾਅਦ ਜੋ ਦੇਸ਼ 'ਚ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਸੀਗੇ ਉਹਨਾਂ ਦੇ ਵਿੱਚ ਮਜ਼ਬੂਤ ਹੋਣ ਲਈ ਭਾਜਪਾ ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਟੇਕ ਰੱਖੀ। ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਨੂੰ, ਸਾਬਕਾ ਵਿਧਾਇਕਾਂ ਨੂੰ, ਇੰਨਾ ਹੀ ਨਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਨੂੰ ਜਿਹੜਾ ਹੈਗਾ ਪਾਰਟੀ ਵਿੱਚ ਸ਼ਾਮਿਲ ਕਰਵਾ ਲਿੱਤਾ ਗਿਆ। ਉੱਧਰ ਵੱਡੀ ਗਿਣਤੀ 'ਚ ਅਕਾਲੀ ਆਗੂ ਸ਼ਾਮਿਲ ਕਰਵਾਏ ਗਏ। ਤਾਂ ਇਸ ਤਰ੍ਹਾਂ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤ ਹੋਣ ਲਈ ਜਿਹੜਾ ਹੈ ਭਾਜਪਾ ਵੱਲੋਂ ਇੱਕ ਰਣਨੀਤੀ ਉਲੀਕੀ ਜਾ ਰਹੀ ਹੈ। ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਪੰਜਾਬੀ ਕਿਸ ਤਰ੍ਹਾਂ ਦਾ ਰੁਝਾਨ ਦਿਖਾਉਂਦੇ ਨੇ ਤਾਂ ਆਉਣ ਵਾਲਾ ਸਮਾਂ ਹੀ ਦਿਖਾਏਗਾ। ਪਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਪੱਲੇ ਕੁਝ ਵੀ ਨਹੀਂ ਪਿਆ, ਜਿਸ ਤੋਂ ਪਤਾ ਲੱਗਦਾ ਸਿਰਫ 2 ਸੀਟਾਂ ਦੇ ਭਾਜਪਾ ਸਿਮਟ ਕੇ ਰਹਿ ਗਈ ਜਿਹੜੀ 117 ਤੇ ਲੜੀ ਸੀ। ਇਸ ਤਰ੍ਹਾਂ ਦੇ ਹਾਲਾਤ ਨੇ ਤੇ ਇਹੀ ਹਾਲਾਤ ਦੇਸ਼ ਦੇ ਵਿੱਚ ਦਿਖਾਈ ਦੇ ਰਹੇ ਨੇ, ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਧਿਰ ਜਿਹੜੀ ਕਾਂਗਰਸ ਪਾਰਟੀ ਹੈ ਉਸ ਕੋਲ ਕੋਈ ਨਾ ਤਾਂ ਇਹੋ ਜਿਹਾ ਵੱਡਾ ਚਿਹਰਾ ਹੈ, ਨਾ ਉਸ ਕੋਲ ਇਸ ਸਮੇਂ ਉਸ ਤਰ੍ਹਾਂ ਦਾ ਢਾਂਚਾ ਹੈ ਵੀ ਕਿ ਉਹ ਭਾਜਪਾ ਦਾ ਸਾਹਮਣਾ ਕਰ ਸਕੇ। ਉੱਥੇ ਹੀ ਗੱਲ ਕਰੀਏ ਤਾਂ ਹੋਰ ਖੇਤਰੀ ਪਾਰਟੀਆਂ ਦੀ, ਉਹ ਵੀ ਕਿਸੇ ਇੱਕ ਮੰਚ ਤੇ ਇਕੱਠੀਆਂ ਹੁੰਦੀ ਦਿਖਾਈ ਨਹੀਂ ਦੇ ਰਹੀ, ਕਿਉਂਕਿ ਜੇ ਇਕੱਠੀਆਂ ਹੁੰਦੀ ਨੇ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਵੀ ਚੁਣਨਾ ਪੈਣਾ ਤੇ ਹੋਰ ਵੀ ਕਰਨਾ ਪੈਣਾ, ਸੀਟਾਂ ਦੀ ਵੰਡ ਨੂੰ ਲੈ ਕੇ ਵੀ ਰੌਲਾ ਪੈਣਾ। ਇਸ ਤਰ੍ਹਾਂ ਦੇ ਹਰ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਵਿਰੋਧੀ ਧਿਰਾਂ ਇਕੱਠੀਆਂ ਤਾਂ ਕਈ ਵਾਰ ਹੋਈਆਂ ਵੱਖ-ਵੱਖ ਮੁੱਦਿਆਂ ਤੇ, ਪਰ ਸਿਆਸੀ ਤੌਰ ਤੇ ਕਦੀ ਇਕੱਠੀਆਂ ਹੁੰਦੀ ਦਿਖਾਈ ਨਹੀਂ ਦੇ ਰਹੀਆਂ। ਜੇ ਉਹ ਹੁੰਦੀਆਂ ਤਾਂ ਸ਼ਾਇਦ ਭਾਜਪਾ ਨੂੰ ਰੋਕਣ ਲਈ ਇੱਕ ਰਣਨੀਤੀ ਤਿਆਰ ਹੋ ਸਕੇ, ਪਰ
ਜਦੋਂ ਤੱਕ ਵਿਰੋਧੀ ਧਿਰਾਂ ਇਕੱਠੀਆਂ ਨਹੀਂ ਹੁੰਦੀਆਂ, ਕੋਈ ਰਣਨੀਤੀ ਤਿਆਰ ਨਹੀਂ ਹੁੰਦੀ, ਉਸ ਸਮੇਂ ਤੱਕ ਭਾਜਪਾ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਦਿਖਾਈ ਦੇ ਰਿਹਾ। ਪਰ ਦੇਖਣਾ ਇਹੀ ਹੋਵੇਗਾ, ਕਿਉਂਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਅੱਜ ਤੋਂ ਸਹੀ 1 ਸਾਲ ਦੇ ਕਰੀਬ ਸਮਾਂ ਵਿੱਚ ਰਹਿ ਗਿਆ ਤੇ ਭਾਜਪਾ ਵੱਲੋਂ ਆਪਣੀ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਹੋਰ ਵੀ ਸਿਆਸੀ ਧਿਰਾਂ ਕਰ ਰਹੀਆਂ ਨੇ। ਕੀ ਚੋਣ ਨਤੀਜੇ ਹੋਣਗੇ ਤਾਂ ਅਗਲੇ ਸਾਲ ਹੀ ਪਤਾ ਲੱਗੇਗਾ, ਪਰ ਹੁਣ ਸਿਆਸੀ ਧਿਰਾਂ ਕਿਸ ਤਰ੍ਹਾਂ ਦੀ ਰਣਨੀਤੀ ਉਲੀਕਦੀਆਂ ਨੇ, ਕੀ ਰਣਨੀਤੀ ਤਿਆਰ ਕਰਦੀਆਂ ਨੇ, ਉਹ ਸਮੇਂ-ਸਮੇਂ ਤੇ ਪਤਾ ਲੱਗਦਾ ਰਹੇਗਾ ਤੇ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਉਹ ਸਾਰੀ ਗਤੀਵਿਧੀਆਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ, ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਤੇ ਕੱਲ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।